Hello students, this is Rupinder Kaur. We are going to do ECS English and Communication Skill 2 poem Palanquin Bearer by Sarojini Naidu. Today we are going to start with reference to context. We have done with the poem. I have given you translation in U meeting. Now we are starting with reference to context. What is reference to context? इस तरह पंजाबी जैसी कहने आ प्रसंग सहित व्याख्या. It's the same thing. It's very easy. The thing is, you should go through the poem first, go through the translation properly, then come to reference to context. Now, in the reference, there are two stanzas in poem. दो stanza है बच्चे. दो स्टैंजा ਦੇ ਵਿੱਚ ਜਿਹੜਾ रेफरेंस होएगा ਉਹ ਚ लिटिल बिट डिफरेंस आएगा पर सेम लिखना है. ठीक है. नाउ रेफरेंस मींस ये पोएम किथों ली गई है, पोएम का नाम की है, राइटर का नेम की है. तुहानू पता है पोइट ने लेडी ने लिखी है, पोइटेस आपां कहंदे हैं. ठीक है, उन्हें लिखी है तो जिद्दां आपां कवित्री कहंदे पंजाबी च. सो अगेन एंड अगेन व्हाट यू विल राइट. Now, this is I have written reference to context. On the screen, you are getting on the screen. This is written by me. Reference. These lines have been taken from the poem. Write the name of the poem written by which writer. Here the poet describes a beautiful scene of bride who is sitting in palanquin. जे तुसी इन्नी गल भी लिख दो ना, ਇਹ ਸੋਚੋ ਨਾ ਕਿ ਪੈਰਾਗ੍ਰਾਫ ਚ ਕੀ ਲਿਖਿਆ ਹੋਇਆ ਉਹ ਮੈਂ ਡਿਸਕ੍ਰਾਈਬ ਨਹੀਂ ਕਰਨਾ ਜਾਂ ਮੈਨੂੰ ਆਉਂਦਾ ਨਹੀਂ ਹੈ ਜਾਂ ਜਿਸ ਤਰ੍ਹਾਂ ਇੰਨੀ ਲਾਈਨ ਲਿਖ ਲਓ, ਰੈਫਰੈਂਸ ਕੰਪਲੀਟ ਹੈ, ਚਾਹੇ ਪਹਿਲਾ ਸਟੈਂਜਾ ਹੋਏ ਚਾਹੇ ਦੂਸਰਾ ਸਟੈਂਜਾ ਹੋਏ. ਠੀਕ ਹੈ. ਦਿਸ ਇਜ਼ ਦਾ ਈਜ਼ੀ ਵੇ. ਜਿਹੜੇ ਬੱਚੇ ਕਰ ਸਕਦੇ ਆ, ਜਿਹੜੇ ਬੱਚੇ ਨੂੰ ਪ੍ਰੋਪਰ ਆਉਂਦਾ ਆ, ਉਹ ਦੇਖਣਗੇ ਕੀ ਦੇਖਣਗੇ ਕਿ ਪਹਿਲੇ ਸਟੈਂਜਾ ਵਿੱਚ what is the gist of the stanza, what is the theme of the stanza, what writer wants to put in those lines, ਉਹ ਲਿਖਣਗੇ. ਠੀਕ ਹੈ. ਜੇ ਬੱਚੇ ਨੂੰ ਨਹੀਂ ਆਉਂਦਾ ਤਾਂ ਇਹ ਦੋ ਲਾਈਨਾਂ ਲਿਖ ਦਿਓ, ਰੈਫਰੈਂਸ ਤੁਹਾਡਾ ਪੂਰਾ, ਚਾਹੇ ਪਹਿਲਾ ਪੈਰਾਗ੍ਰਾਫ ਹੋਵੇ, ਚਾਹੇ ਪਹਿਲਾ ਸਟੈਂਜਾ ਹੋਵੇ, ਚਾਹੇ ਦੂਸਰਾ ਸਟੈਂਜਾ ਹੋਵੇ. ਪੋਇਮ ਨੂੰ ਐਕਚੁਅਲੀ ਅਸੀਂ ਸਟੈਂਜਾ ਕਹਿੰਦੇ, ਅਦਰਵਾਈਜ਼ ਪੈਰਾਗ੍ਰਾਫ ਕਹਿੰਦੇ. ਨਾਓ ਕੰਟੈਕਸਟ. ਕੀ ਹੁੰਦਾ ਕੰਟੈਕਸਟ ਤੇ ਕੀ ਕਹਿੰਦੀ ਪਈ ਹੈ ਜਿਹੜੀ ਪੋਇਟੈਸ ਹੈ. ਮੈਂ ਕੀ ਲਿਖਿਆ ਹੋਇਆ, here the poetess explained the joy of palanquin bearers who are taking a beautiful bride to her husband's home. ਕਿ ਜਿਹੜੀ ਕਵਿਤਰੀ ਹੈ ਉਹ ਜਿਹੜੇ ਲੈ ਕੇ ਜਾ ਰਹੇ ਚਾਰ ਬੰਦੇ ਉਹਨੂੰ ਬਿਠਾ ਕੇ ਪਾਲਕੀ ਦੇ ਵਿੱਚ, ਉਹਨਾਂ ਦੀ ਖੁਸ਼ੀ ਸ਼ੋ ਕਰ ਰਹੀ ਹੈ ਕਿ ਕਿੰਨੇ ਖੁਸ਼ ਹੈ ਉਹ ਬ੍ਰਾਈਡ ਨੂੰ ਲੈ ਕੇ ਜਾ ਰਹੇ, ਕਿੰਨੇ ਖੁਸ਼ ਹੈ. ਇੱਕ ਤਾਂ ਚੀਜ਼ ਇਹ ਸ਼ੋ ਕਰ ਰਹੀ ਹੈ, ਇੱਕ ਚੀਜ਼ ਸ਼ੋ ਕਰ ਰਹੀ ਹੈ ਕਿ ਜਿਹੜੀ ਬ੍ਰਾਈਡ ਹੈ ਉਹ ਬਹੁਤ ਬਿਊਟੀਫੁਲ ਹੈ. ਠੀਕ ਹੈ. ਦ ਬ੍ਰਾਈਡ ਇਜ਼ ਸੋ ਬਿਊਟੀਫੁਲ ਐਂਡ ਡੈਲੀਕੇਟ ਦੈਟ ਦੇ ਡਿਡਨਟ ਫੀਲ ਦੇ ਆਰ ਕੈਰਿੰਗ ਹਰ. ਉਹਨਾਂ ਨੂੰ ਲੱਗਦਾ ਹੀ ਨਹੀਂ ਹੈ ਕਿ ਕੋਈ ਭਾਰ ਚੁੱਕ ਕੇ ਲੈ ਕੇ ਜਾ ਰਹੇ ਆ, ਇਨੀ ਡੈਲੀਕੇਟ ਹੈ. ਠੀਕ ਹੈ. ਦੈਨ they compare the bride to the flower and bird to show her tenderness and beauty. Her little smile is so gracefully compared to the smile in dream. Palanquin bearer happily handling her like a precious jewel. ठीक है. So मैं ਤੁਹਾਨੂੰ ਪੰਜਾਬੀ ਚ ਹੁਣ ਦੱਸ ਦਿੰਦੀ ਹਾਂ ਕਿ ਬੱਚਿਆਂ ਨੂੰ ਬਿਲਕੁਲ ਮਤਲਬ ਤੁਸੀਂ ਰੱਟਾ ਹੀ ਲਗਾਉਂਦੇ ਹੋ ਨਾ, ਫਿਰ ਜਦੋਂ ਤੁਸੀਂ ਪੰਜਾਬੀ ਚ ਇੱਕ ਵਾਰੀ ਇਹਨੂੰ ਕਰਨਾ ਸਿੱਖ ਜਾਓਗੇ ਤਾਂ ਫਿਰ ਵਧੀਆ ਤਰੀਕੇ ਨਾਲ ਤੁਹਾਨੂੰ ਆ ਜਾਂਦਾ. ਆ ਸੈਕੰਡ ਸਟੈਂਜਾ ਸ਼ੋ ਹੋ ਜਾਂਦਾ. ਮੈਂ ਪੰਜਾਬੀ ਇਹ ਕਰ ਦਿੰਦੀ ਤੁਹਾਨੂੰ. ਦੇਖੋ ਜਿਹੜਾ ਬ੍ਰਾਈਡ ਹੈ ਉਹਨੂੰ ਪੈਲੰਕੁਇਨ ਚ ਲੈ ਕੇ ਜਾ ਰਹੇ ਆ. ਦੋ ਚੀਜ਼ਾਂ ਇਹ ਚ ਸ਼ੋ ਕੀਤੀਆਂ ਗਈਆਂ. ਇੱਕ ਤਾਂ ਇਹ ਕਿ ਜਿਹੜੇ ਪੈਲੰਕੁਇਨ ਬੀਅਰਰ ਹੈ ਉਹਨਾਂ ਨੂੰ ਬਿਲਕੁਲ ਮਹਿਸੂਸ ਨਹੀਂ ਹੁੰਦਾ ਕਿ ਉਹ ਕਿਸ ਦਾ ਭਾਰ ਚੁੱਕ ਕੇ ਲੈ ਕੇ ਜਾ ਰਹੇ ਆ, ਬਜਾਏ ਕਿ ਉਹ ਹੈਪੀ ਆ. ਉਹ ਹੈਪੀ ਹੈ ਕਿ ਅਸੀਂ ਕਿਸੇ ਬੱਚੇ ਦਾ ਜਾਂ ਕਿਸੇ ਲੜਕੀ ਨੂੰ ਅਸੀਂ ਨਵੀਂ ਲਾਈਫ ਸ਼ੁਰੂ ਕਰਵਾਉਣ ਚ ਹੈਲਪ ਕਰ ਰਹੇ ਹਾਂ. ਠੀਕ ਹੈ. ਇਹ ਉਹਨਾਂ ਦੀ ਐਕਸਾਈਟਮੈਂਟ ਹੈ, ਉਹਨਾਂ ਦੀ ਥ੍ਰਿਲ ਹੈ, ਉਹਨਾਂ ਦੀ ਇਹ ਵੀ ਕਹਿ ਸਕਦੇ ਹਾਂ ਕਿ ਬਹੁਤ ਅੱਛੇ ਆਦਮੀ ਆ. ਇਹ ਵੀ ਕਹਿ ਸਕਦੇ ਹਾਂ ਆਪਣਾ ਕੰਮ ਅੱਛੇ ਤਰ੍ਹਾਂ ਕਰਨ ਵਾਲੇ. ਐਂਡ ਜਿਹੜੀ ਉਹ ਬ੍ਰਾਈਡ ਹੈ ਉਹਨੂੰ ਉਹਨੇ ਕੰਪੇਅਰ ਕੀਤਾ ਬਾਰ-ਬਾਰ ਦੋ ਤਿੰਨ ਚੀਜ਼ਾਂ ਨਾਲ. ਕਦੀ ਫੁੱਲ ਨਾਲ ਪੋਇਟਸ ਨੇ ਕੰਪੇਅਰ ਕੀਤਾ ਆ, ਕਦੀ ਬਰਡ ਨਾਲ ਕੀਤਾ ਆ, ਕਦੀ ਫੋਮ ਨਾਲ ਕੀਤਾ ਆ, ਕਦੀ ਸਮਾਈਲ ਨਾਲ ਕੀਤਾ ਆ. ਠੀਕ ਹੈ. ਨਾਓ ਵਾਟ ਆਰ ਥੀਸ ਕੰਪੈਰੀਜ਼ਨਸ? ਇਹਨਾਂ ਨੂੰ ਕੀ ਕਹਿੰਦੇ? ਇਹ ਫੁੱਲ ਲੈਂਥ ਕੁਐਸਚਨ ਬਣਨਾ ਤੁਹਾਡਾ.
ਇਹ ਫੁੱਲ ਲੈਂਥ ਕੁਐਸਚਨ ਆ ਨਾ ਜਿਹੜਾ ਅਸੀਂ ਇੱਕ ਦੂਜੇ ਨੂੰ ਕੰਪੇਅਰ, ਪੰਜਾਬੀ ਚ ਕਹਿੰਦੇ ਤੁਲਨਾ ਕਰਨੀ, ਠੀਕ ਹੈ, ਜਦੋਂ ਅਸੀਂ ਇੱਕ ਦੂਜੇ ਨੂੰ ਕੰਪੇਅਰ ਕਰਨੇ ਆ, ਦਿਸ ਇਜ਼ ਕਾਲਡ ਸਿਮਲੀ। ਇੰਗਲਿਸ਼ ਚ ਆਪਾਂ ਕੀ ਕਹਿੰਦੇ ਇਹਨੂੰ, ਸਿਮਲੀ। ਸਿਮਲੀ ਮੀਨਸ ਯੂ ਆਰ ਕੰਪੇਅਰਿੰਗ, simile is used to describe a thing or a person by comparing it to something that is very familiar to us, that is very known to us। ਜਿਹੜੀ ਸਾਨੂੰ ਚੀਜ਼ ਪਤਾ ਆ ਉਹਦੇ ਨਾਲ ਅਸੀਂ ਕੰਪੇਅਰ ਕਰਦੇ ਆ। ਜਿਸ ਤਰ੍ਹਾਂ ਅਸੀਂ ਬਿਊਟੀ ਨੂੰ, ਲੜਕੀ ਬੜੀ ਨਾਜ਼ੁਕ ਹੈ, ਫੁੱਲਾਂ ਵਰਗੀ ਹੈ, ਆਪਾਂ ਕਹਿੰਦੇ ਨਾ, ਦੈਟਸ ਦ ਸੇਮ ਥਿੰਗ, ਸਿਮਲੀ, ਠੀਕ ਹੈ। ਕੋਈ ਬੜਾ ਗੋਰਾ ਚਿੱਟਾ ਆ, ਚੰਦ ਵਰਗਾ ਆ, ਮੁਖੜਾ ਚੰਦ ਵਰਗਾ, ਲਾਈਕ ਆਪਾਂ ਬੜੇ ਉਹ ਗਾਣਿਆਂ 'ਚ ਜਾਂ ਏਦਾਂ ਸੁਣਦੇ, ਇਹ ਕੀ ਹੁੰਦਾ, ਸਿਮਲੀ। Now you can get full length question of 15 marks at least। ਤਾਂ ਤੁਸੀਂ ਕੀ ਕਰਨਾ ਹੈ, ਉੱਤੇ ਕੀ ਲਿਖਿਆ ਹੋਗਾ, what is the meaning of simile, make a list of simile that you can find in the poem। so ਦੋ ਸਟੈਂਜਸ ਵਿੱਚ ਜਿਹੜੇ ਸਿਮਲੀਜ਼ ਹੈਗੇ ਆ, ਉਹ ਤੁਹਾਨੂੰ ਸਿਮਲੀਜ਼ ਯਾਦ ਕਰਨੀਆਂ ਪੈਣੀਆਂ, ਠੀਕ ਹੈ। ਤੁਸੀਂ ਯਾਦ ਕਰੋਗੇ, ਜਿਵੇਂ ਹੁਣ ਇਹਦੇ ਵਿੱਚ ਆਇਆ ਆ, she sways like a flower in the wind, she skims like a bird, she floats like a laugh, ठीक है, she bear her along with like a pearl। ये सारी सिमलीज है। पहले पैराग्राफ वाले भी याद कर लेने, दूसरे पैराग्राफ वाले भी याद करने। सो ਇਹਦੇ ਵਿੱਚ ਕੀ ਹੋਇਆ, ਪਹਿਲੇ ਪੈਰਾਗ੍ਰਾਫ ਵਿੱਚ ਕੀ ਮਤਲਬ ਬਣਿਆ ਕਿ ਜੇ ਉਹਨਾਂ ਨੂੰ ਭਾਰ ਵੀ ਨਹੀਂ ਲੱਗਦਾ ਲੜਕੀ ਦਾ, ਕਿਉਂਕਿ ਉਹ ਸੋ ਡੈਲੀਕੇਟ ਹੈ। she didn't feel they are carrying her, they compare the bride to the flower and bird to show her tenderness। ਕਿਉਂ ਉਹਨੂੰ ਕੰਪੇਅਰ ਕਰਦੇ ਆ ਬਰਡ ਨੂੰ ਤੇ ਉਹਨੂੰ, ਕਿਉਂਕਿ ਬਰਡ ਜਿਹੜਾ ਬੜਾ ਨਾਜ਼ੁਕ ਹੁੰਦਾ ਹੈ, ਉਹਨੂੰ ਟੈਂਡਰਨੈਸ ਸ਼ੋ ਕਰਨ ਲਈ ਕਿ ਜਿਹੜੀ ਲੜਕੀ ਹੈ ਉਹ ਬਹੁਤ ਨਾਜ਼ੁਕ ਹੈ, ਇਸ ਕਰਕੇ ਉਹਨੂੰ ਇਹਨਾਂ ਚੀਜ਼ਾਂ ਨਾਲ ਕੰਪੇਅਰ ਕੀਤਾ ਜਾ ਰਿਹਾ ਹੈ। Now her smile is gracefully compared to the smile in a dream। Pelican bear happily handling her like a precious jewel। कोई precious चीज होती है, इस तरह उन्हें लेके जा रहे। ये 4 लाइनें बेटे लिखनी है, और कीप इट इन माइंड, बिल्कुल सिंपल लैंग्वेज लिखनी है, लंबी लाइन नहीं लिखनी। छोटी, जो मैं हमेशा कहती ये गल, छोटिया लाइनें लिखोगे गलती नहीं होएगी, ठीक है। ਦੌਰਾ ਇਹਨਾਂ ਚੀਜ਼ਾਂ ਨੂੰ ਯਾਦ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਵਧੀਆ ਹੈ ਕਿ ਇੱਕ ਵਾਰੀ ਤੁਸੀਂ ਗੋ ਟੂ ਦ ਟੈਂਸਿਸ ਉਹਦੇ ਇੱਕ ਵਾਰੀ ਬਾਰ-ਬਾਰ ਥੋੜੀ ਦੇਰ ਬਾਅਦ ਉਹਨੂੰ ਯਾਦ ਕਰ ਲਿਆ ਕਰੋ ਕਿ ਟੈਂਸਿਸ ਕੀ ਰੂਲਸ ਲੱਗਦੇ। ਉਸ ਤੋਂ ਬਾਅਦ ਤੁਹਾਨੂੰ ਇੰਗਲਿਸ਼ ਜਿਹੜੀ ਹੈ ਟਫ ਨਹੀਂ ਲੱਗੂਗੀ, ਯਾਦ ਨਹੀਂ ਕਰਨੇ ਪੈਣਗੇ, ਕੋਟਾ ਨਹੀਂ ਲਾਣਾ ਪਏਗਾ, ਰੱਟਾ ਨਹੀਂ ਲਾਣਾ ਪਏਗਾ, ਆਪਣੇ ਆਪ ਫਲੋ ਕਰੇਗੀ ਇੰਗਲਿਸ਼ ਤੁਹਾਡੇ ਹੱਥ ਚੋਂ, ਠੀਕ ਹੈ। ਨਾਓ ਕਮ ਟੂ ਦ ਸੈਕੰਡ ਸਟੈਂਜਾ। ਦਿਸ ਇਜ਼ ਔਨ ਯੂਰ ਸਕਰੀਨ, ਸੌਫਟਲੀ ਔਰ ਸੌਫਟਲੀ ਔਨ ਦ ਸਟ੍ਰਿੰਗ, ਹੈ ਨਾ। ਸਟੈਂਜਾ ਦੇਖੋ बेटा, बुक्स ले लियो हम, बुक्स तो बगैर गल नहीं बनती, बिकॉज द टाइम किस तरह का हैगा एंड हाउ मच लॉन्ग इट इज नोबडी नोज, ठीक है ना। इस करके दैट्स वाई मैं ये भी शुरू कर दिता कि तुहानू यूट्यूब ते अपनी वीडियो भी पावां, दूसरी वीडियो भी पावां, मैं दूसरी क्लास भी लाऊंगी। सॉफ्टली और सॉफ्टली you bear her along, she hangs like a star in the dew of our song, ठीक है। ये लाइन आया। she springs, जे किसको बुक है तो they can open it 171 पेज नंबर। she springs like a beam on the brow of the tide, she falls like a tear from the eye of a bride, lightly oh lightly we glide and we sing, we bear her along like a pearl on the string, ठीक है। ये पोएम है ਤੁਹਾਡੀ। सो ये ਆਪਾਂ ਹੁਣ ਕਰਾਂਗੇ ਸੈਕਿੰਡ ਪੈਰਾਗ੍ਰਾਫ। ਫਿਰ ਆ ਜਾਓ, ਫਿਰ ਆਪਾਂ ਰੈਫਰੈਂਸ ਟੂ ਕੰਟੈਕਸਟ ਕਰ ਰਹੇ ਹਾਂ। ਸੋ ਰੈਫਰੈਂਸ ਫਿਰ ਚੇਂਜ ਨਹੀਂ ਹੋਏਗਾ। जिस बच्चे ने एक बार याद कर लिया, these lines are taken from this poem, these lines are written by this poet। ਹੁਣ ਇੱਥੇ poetess ਲਿਖਣਾ, ਥੋੜਾ ਜਿਹਾ ਆਪਾਂ poet ਲਿਖਦੇ ਆ, ਠੀਕ ਹੈ। ਇਹ poetess ਹੈ, ਕਵਿਤਰੀ ਹੈ। ਇੱਥੇ ਕੀ ਉਹ explain ਕਰ ਲਈ ਹੈ, she explains the beautiful scene where the bride is seated in palanquin and the bearer ਜਿਹੜੇ ਲੈ ਕੇ ਉਹਨੂੰ ਜਾ ਰਹੇ ਆ, they are very happy, they are full of excitement, they are very happy। So here the poetess explained the bearer are singing melodiously। Melodiously means बहुत प्यार ना, बहुत सुरीले तरह गा रहे हैं, खुश भी है। बार-बार जेडी पोइट है दसदी है कि बहुत खुश है, ठीक है। Then she seems to be like a star sparkling on the dewdrops at spring on the spring on a ray light with the broad smile। she seems to fall like the tear from the eye of the bride। मतलब जिस तरह bride ਦੀ ਅੱਖ ਚੋਂ ਇੱਕ ਹੰਝੂ ਗਿਰਿਆ ਹੋਵੇ, ਇੰਨੀ ਉਹ soft ਲੱਗਦੀ ਹੈ, ਇੰਨੀ ਉਹ beautiful ਲੱਗਦੀ ਹੈ। her tears show that she is sad over a separation from her parents। ਸੋ ਆਪਾਂ ਕਿਸੇ ਵੀ ਤਰ੍ਹਾਂ ਉਹਨੂੰ ਕਰ ਸਕਦੇ ਹਾਂ। ਹਰ ਇੱਕ ਜਿਹੜਾ ਪੋਇਟ ਹੈ ਉਹਦੇ ਮੂਡ ਦੇ ਹਿਸਾਬ ਨਾਲ ਜਿਹੜੀ ਟ੍ਰਾਂਸਲੇਸ਼ਨ ਹੁੰਦੀ ਹੈ।
You can twist, you cannot follow the mood of the poet, you cannot judge it, but ਅਸੀਂ ਆਪਣਾ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਉਹਨੂੰ ਕਿਸੇ ਤਰ੍ਹਾਂ ਵੀ ਟ੍ਰਾਂਸਲੇਟ ਕਰ ਸਕੀਏ। ਚਾਹੇ ਤਾਂ ਇਹ ਕਹਿ ਲਓ ਕਿ ਉਹ ਸੈਡ ਸੀ ਤਾਂ ਉਹਦੇ ਹੰਝੂ ਗਿਰ ਰਹੇ ਸੀ ਤਾਂ ਬਿਊਟੀਫੁਲ ਲੱਗ ਰਹੇ ਸੀ, ਜਾਂ ਇਸ ਤਰ੍ਹਾਂ ਕਹਿ ਲਓ ਕਿ she is so beautiful, like so tender like the tear from the eye, है ना, ਜੇ ਕਿਸੇ ਦੇ ਹੰਝੂ ਗਿਰਦਾ ਤਾਂ ਕਿੰਨਾ ਸੌਫਟ ਹੁੰਦਾ, ਕਿੰਨਾ ਸ਼ਾਰਟ ਟਰਮਡ ਹੁੰਦਾ, ਇਦਾਂ ਇਸ ਤਰ੍ਹਾਂ ਉਹ ਬਿਊਟੀਫੁਲ ਲੱਗ ਰਹੀ ਸੀ। ਕਿਸੇ ਵੀ ਤਰ੍ਹਾਂ ਇਹਨੂੰ ਟ੍ਰਾਂਸਲੇਟ ਕੀਤਾ, ਪੋਇਟਰੀ ਸੋ ਸੋਫਿਸਟੀਕੇਟਡ ਨਹੀਂ ਹੁੰਦੀ ਹੈ ਕਿ ਇਹਨੂੰ ਕਿਸੇ ਤਰ੍ਹਾਂ ਵੀ ਇੱਕ ਪਰਸਨ ਹੀ 2 3 4 5 ਤਰ੍ਹਾਂ ਨੂੰ ਟ੍ਰਾਂਸਲੇਟ ਕਰ ਸਕਦਾ ਹੈ। Then but the plank and beer sing happily so that the bride would not feel the journey strenuous, ਕਿ ਉਹਨੂੰ ਔੜ ਨਾ ਲੱਗੇ, ਉਹਨੂੰ ਜਰਨੀ ਟਾਇਰਿੰਗ ਨਾ ਲੱਗੇ, ਇਸ ਕਰਕੇ ਜਿਹੜੇ ਉਹ ਪੈਰਨਕਨ ਬੀਅਰਰ ਹੈ, 4 ਬੰਦੇ ਉਹਨੂੰ ਉਠਾ ਕੇ ਲੈ ਕੇ ਜਾ ਰਹੇ, ਉਹ ਹੈਪੀਲੀ ਗਾ ਰਹੇ ਆ। ਐਂਡ ਦੇ ਕੈਰੀ ਹਰ ਅਲੋਂਗ ਐਸ ਇਫ ਸ਼ੀ ਵਰ ਅ ਪ੍ਰੈਸ਼ੀਅਸ ਜੂਅਲ, ਕਿ ਪ੍ਰੈਸ਼ੀਅਸ ਹੈ, ਬਹੁਤ ਇੱਕ ਕੀਮਤੀ ਹੈ, ਜੂਅਲ ਵਰਗੀ ਕੀਮਤੀ ਹੈ, ਇਸ ਕਰਕੇ ਵੇਟਿੰਗ ਟੂ ਬੀ ਪੋਜੈਸਡ ਬਾਈ ਹਰ ਹਸਬੈਂਡ, ਉਹਦੇ ਹਸਬੈਂਡ ਦੇ ਘਰ ਤੱਕ ਪਹੁੰਚਣ ਤੱਕ ਬੜੇ ਆਰਾਮ ਨਾਲ, ਬੜੇ ਪਿਆਰ ਨਾਲ, ਉਹਨੂੰ ਬੜੇ ਸੌਫਟਲੀ ਉਹਨੂੰ ਲੈ ਕੇ ਜਾ ਰਿਹਾ, ਖੁਦ ਵੀ ਖੁਸ਼ ਹੈ ਤੇ ਇਸ ਕਰਕੇ ਉਹ ਖੁਸ਼ ਹੈ ਕਿ ਤਾਂ ਕਿ ਜਿਹੜੀ ਬ੍ਰਾਈਡ ਹੈ ਅੰਦਰ ਬੈਠੀ ਹੈ ਉਹਨੂੰ ਇਹ ਫੀਲਿੰਗ ਨਾ ਆਵੇ ਕਿ ਮੈਂ ਇਕੱਲੀ ਹਾਂ। ਠੀਕ ਹੈ, ਸੋ ਦਿਸ ਇਜ਼ ਦਾ ਬਿਊਟੀਫੁਲ ਪੋਇਮ ਪਲੈਂਕ ਐਂਡ ਬੀਅਰ। ਮੈਂ ਉਸ ਨੂੰ ਦੱਸਿਆ ਸੀ ਜਦੋਂ ਵੀ ਸਰੋਜਨੀ ਨਾਇਡੂ, ਕਿਉਂਕਿ ਇੰਡੀਅਨ ਹੈ, her all poems, all writings are rooted in traditional myths, traditional feeling, ਕਿਉਂਕਿ ਅਗੇਨ ਫਿਰ ਉਹ ਲੇਡੀ ਆ, ਫਿਰ ਉਹਦੀਆਂ ਜਿਹੜੀਆਂ ਪੋਇਮਸ ਉਹ ਟੱਚ ਕਰਦੀਆਂ ਆ ਲੇਡੀਜ਼ ਦੇ ਹਰ ਇੱਕ ਫੀਲਿੰਗ, ਇਮੋਸ਼ਨਸ ਨੂੰ, ਤੇ ਸਾਡੀਆਂ ਜਿਹੜੀਆਂ ਰਿਚੁਅਲਸ ਹੈ, ਸਾਡੇ ਰੀਤੀ ਰਿਵਾਜ ਉਹਨੂੰ ਟੱਚ ਕਰਦੀ ਹੈ। ਇਟਸ ਵੈਰੀ ਨੈਚੁਰਲ, ਅਗਰ ਕੋਈ ਲੇਡੀ ਲਿਖੂਗੀ ਤਾਂ ਇਸ ਤਰ੍ਹਾਂ ਹੀ ਲਿਖੂਗੀ। ਠੀਕ ਹੈ, ਦੈਨ ਹੋਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦੀ ਸੀ ਕਿ ਜੇ ਇਹਦੇ ਮੈਂ ਇਹ ਤਾਂ ਕਰਵਾ ਦਿੱਤੇ ਬੇਟੇ ਰੈਫਰੈਂਸ ਟੂ ਕੰਟੈਕਸਟ, ਇੱਕ ਇਹਦਾ ਕੰਪਰੀਹੈਂਸ਼ਨ ਹੋਣਾ ਹੈ, ਉਹ ਮੈਂ ਇਸ ਕਰਕੇ ਨਹੀਂ ਕਰਵਾ ਰਹੀ ਕਿਉਂਕਿ ਅਸੀਂ ਆਲਰੇਡੀ ਕੰਪਰੀਹੈਂਸ਼ਨ ਵੀ ਹੈਵ ਡਿਡ ਇਟ ਵਿਦ ਪ੍ਰੋਜ਼ ਐਂਡ ਆਲ ਲੈਸਨਸ, ਤੁਹਾਨੂੰ ਪਤਾ ਹੈ ਨਾ, ਕੰਪਰੀਹੈਂਸ਼ਨ ਤਾਂ ਆਪਾਂ ਕਰ ਚੁੱਕੇ ਆ। ਸੋ ਆਹ ਚੀਜ਼ ਤੁਹਾਡੀ ਨਵੀਂ ਸੀ, ਆਈ ਹੈਵ ਟਚਡ ਇਟ। ਬਾਅਦ ਵਿੱਚ ਅਗਰ ਜਦੋਂ ਮੈਨੂੰ ਪ੍ਰੈਕਟਿਸ ਵਿੱਚ ਟਾਈਮ ਬਚੇਗਾ, ਜੇ ਆਪਾਂ ਆਫਲਾਈਨ ਨਹੀਂ ਹੋਏ, then this will go, I will go for this comprehension also. ਠੀਕ ਹੈ, so this is the poem, but go through the poem. You will get translation word to word. You have to do word to word translation and take the help of glossary and notes. It has been written on 172 page number. Then exercise and multi-choice question, and then this what I have done, this is the reference to context. You will get full question on theme of the lesson, theme of the poem, sorry. Then you can get the question on simile. मैं ये कह रही हूँ simile जेड़ा question है वो आ सकता है क्योंकि ਇਹਦੇ ਵਿੱਚ ਇਹ important ਮੰਨਦਾ ਹੈ। and poem is full of similes, जिथे भी उन्हें comparison किया, she sways like a flower, she skims like a bird, she floats like a laugh from the lips of a dream, she bear her like a pearl on the string, she hangs like a star, सारे ही simile है। She springs like a beam on the brow of the tide, she falls like a tear from the eye of the bride, all are similes। ਜਦੋਂ ਵੀ ਇੱਕ ਚੀਜ਼ ਨੂੰ ਦੂਸਰੀ ਚੀਜ਼ ਨਾਲ ਉਹਦੀ ਕੁਆਲਿਟੀ ਇਨਹਾਂਸ ਕਰਨ ਨੂੰ ਅਸੀਂ ਕੰਪੇਅਰ ਕਰਦੇ ਆ, ਉਦੋਂ ਉਹਨੂੰ ਕਹਿੰਦੇ ਆ ਸਿਮਲੀ। 15 ਨੰਬਰ ਦਾ ਕੁਐਸਚਨ ਬਣਨਾ ਹੈ। You must go through the poem, go through the question also. If you want to write it down yourself, you can send me on to the CR and you can send to me for evaluation. Okay. Then you will get comprehension on the poem. So this is all, we have done this poem, and we will start the next one, poem Night of Scorpion, in the next lecture. Okay, thank you.